पेश है विज्ञान लड़ीवार आउण वाला कल दी 40वीं कड़ी। लेखन ते खोज डॉक्टर अनुराग शर्मा। लड़ीवार संयोजक डॉक्टर BK त्यागी। पंजाबी रूपांतर ते खोज भारत ज्ञान विज्ञान समिति पंजाब ते चंडीगढ़। प्यारे श्रोतियो, ਬਣਾਉਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 40ਵੀਂ ਕੜੀ ਵਿਗਿਆਨ ਦੇ ਸੁਪਨੇ ਸਾਕਾਰ ਵਿੱਚ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਤੇ। ਪਿਛਲੀ ਕੜੀ ਬਿਹਤਰ ਕੱਲ ਵੱਲ ਵਿੱਚ ਕਹਾਣੀ ਸੀ AI ਆਧਾਰਿਤ ਸਵੈ ਚਾਲਕਤਾ ਵੱਲ ਜਾ ਕੇ ਆਪਣੇ ਅਰਥਚਾਰੇ ਦੀ ਉਡਾਣ ਨੂੰ ਚਾਲੂ ਰੱਖਣ ਦੇ ਲਈ ਭਾਰਤ ਦੀਆਂ ਤਿਆਰੀਆਂ ਦੀ, 2000 ਕਰੋੜ ਦੇ AI ਰਾਸ਼ਟਰੀ ਮਿਸ਼ਨ ਦੀ, ਜੋ ਹੋਵੇਗਾ ਲਾਹੇਵੰਦ ਸਟਾਰਟ-ਅਪਸ ਦੇ ਲਈ। ਸੁਣਾਈ ਸੀ ਕਹਾਣੀ ਕਿ ਭਾਰਤ ਵਿੱਚ ਟੈਕਨੋਲੋਜੀ ਦੀ ਵਰਤੋਂ ਨੂੰ ਹਲੂਣੇ ਵਾਸਤੇ ਇੱਕ ਸ਼੍ਰੇਸ਼ਠ ਕੇਂਦਰ ਸਥਾਪਿਤ ਕੀਤਾ ਜਾਏਗਾ। ਸਵੈ ਚਾਲਤ ਟੈਕਨੋਲੋਜੀ AI NLP ਯਾਨੀ ਕੁਦਰਤੀ ਭਾਸ਼ਾ ਕਾਰਜ ਪ੍ਰਣਾਲੀ ਤੇ ਮਸ਼ੀਨ ਲਰਨਿੰਗ ਅਰਥਚਾਰੇ ਲਈ ਅਗਲੇ ਕਾਰਕ ਹੋਣਗੇ। ਹਾਂ ਪਿਆਰੇ ਸਰੋਤਾਓ, ਸੁਣਾਇਆ ਸੀ ਬਿਰਤਾਂਤ ਇੰਟਰਨੈਟ ਆਫ ਬਿਹੇਵੀਅਰ ਯਾਨੀ ਡਾਟਾ ਵਿਸ਼ਲੇਸ਼ਣ ਤੇ ਮਨੁੱਖੀ ਵਿਵਹਾਰ ਵਿਗਿਆਨ ਨੂੰ ਮੰਡੀਕਰਨ ਤੇ ਵਿਕਰੀ ਲਈ ਜੋੜਨ ਦਾ, ਸਮਾਰਟ ਵਸਤੂ ਨਿਰਮਾਣ ਲਈ ਟੈਕਨੋਲੋਜੀ ਵਿਕਸਿਤ ਕਰਨ ਵਾਸਤੇ IIT ਦਿੱਲੀ ਤੇ ਸਵੈਚਾਲਤ ਉਦਯੋਗ ਸੰਘ ਦੀ ਸਾਂਝ ਦਾ। ਕਿੱਸਾ ਸੀ ਵਿੱਤੀ ਖੇਤਰ ਵਿੱਚ ਇਨਫੋਸਿਸ ਦੇ 18.22 MB ਪ੍ਰਤੀ ਸੈਕਿੰਡ ਡਾਟਾ ਦਾਖਲ ਕਰਨ ਵਾਲੇ ਨਿਰਮਾਣ ਤੇ ਸਾਜੋ ਸਮਾਨ ਦੀਆਂ ਕੀਮਤਾਂ ਵਿੱਚ ਬਦਲਾਅ ਦੀ ਪੇਸ਼ੀਨਗੋਈ ਵਾਲੇ NI ਨਾਮੀ ਸੌਫਟਵੇਅਰ ਦਾ, ਗਾਹਕ ਨੂੰ ਨਵੀਂ ਕਾਰ ਦੀਆਂ ਚਾਬੀਆਂ ਤੇ ਦਸਤਾਵੇਜ਼ ਪਕੜਾਉਣ ਵਾਲੇ ਕੇਰਲਾ ਵਿੱਚ ਵਿਕਸਿਤ ਮਨੁੱਖਨੁਮਾ ਰੋਬੋਟ ਦਾ। ਬ੍ਰਿਤਾਂਤ ਸੀ AI ਨਾਲ ਫਸਲਾਂ ਤੇ ਕੀਟਾਂ ਦੇ ਹਮਲੇ ਦੀ ਜਾਣਕਾਰੀ ਦਾ, ਮਸ਼ੀਨਾਂ ਵੱਲੋਂ ਸੁਣ ਕੇ ਵੇਖ ਕੇ ਤਰਕ ਕਰਨ ਦਾ, ਫੋਟੋ, ਲਿਖਤ, ਪਰਛਾਈ, ਆਵਾਜ਼ ਤੇ ਚਿਹਰੇ ਪਛਾਣਨ ਦਾ। ਹਾਂ ਤੇ ਸਰੋਤਾ ਸੱਜਣੋ, ਅੱਜ ਅਸੀਂ ਸੁਣਾਵਾਂਗੇ ਕਹਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ, ਵਿਕਾਸ ਦੀ, ਭਵਿੱਖ ਦੇ ਪ੍ਰਭਾਵਾਂ ਤੇ ਖਤਰਿਆਂ ਦੀ ਇਸ ਕੜੀ ਵਿਗਿਆਨ ਦੇ ਸੁਪਨੇ ਸਾਕਾਰ ਦੇ ਰਾਹੀਂ। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ ਵਿਗਿਆਨ ਦੇ ਸੁਪਨੇ ਸਾਕਾਰ। ਓ ਬਾਈ ਵਾਹ ਸਰਬਜੀਤ, ਸਵੇਰੇ ਸਵੇਰੇ ਬਈ ਪੱਤਰਕਾਰਿਤਾ ਦਾ ਪ੍ਰੈਸ਼ਰ ਅੱਜ ਐਤਵਾਰ ਨੂੰ ਘੱਟ ਲੱਗਦਾ। ਨਹੀਂ ਵਿਨੀਤ, ਬਸ ਸੁਖਪਾਲ ਨੂੰ ਅਰੁਣ ਨਾਲ ਮਿਲਾਉਣਾ ਸੀ। ਇਹ ਅੱਜ ਕੱਲ੍ਹ ਦੇ ਬੱਚੇ ਬਈ ਜੇ ਸੱਚ ਆਖਾਂ ਬੁਰਾ ਨਾ ਮੰਨਿਓ, ਸੁਪਨੇ ਕੁਝ ਜ਼ਿਆਦਾ ਹੀ ਦੇਖਦੇ ਨੇ। ਨਮਸਤੇ ਅੰਕਲ ਜੀ। ਬੇਟਾ ਨਮਸਤੇ। ਸੁਖਪਾਲ ਆਓ। ਸਰਬਜੀਤ, ਸੁਪਨੇ ਵੇਖਣਾ ਹੀ ਤਾਂ ਜੀਵਨ ਦੀ ਖੋਜ ਹੈ ਬਈ, ਬਿਨਾਂ ਸੁਪਨਿਆਂ ਕਿਹੜੀ ਉਡਾਨ। ਆਓ ਬੈਠੋ ਬੈਠੋ, ਆ ਜਾਓ। ਨਮਸਤੇ ਭਾਈ ਸਾਹਿਬ। ਵਾਹ, ਅੱਜ ਤਾਂ ਸੁਖਪਾਲ ਵੀ ਆਇਆ। ਕਿਵੇਂ ਹੈ ਪੁੱਤਰ, ਤੇ ਮੰਮੀ ਕਿਵੇਂ ਹੈ ਤੇਰੀ? ਆਂਟੀ ਮੰਮੀ ਠੀਕ ਨੇ। ਦਰਅਸਲ ਉਹ ਆਪ ਵੀ ਆਉਣਾ ਚਾਹੁੰਦੇ ਸੀ, ਪਰ ਟਿਨੀ ਦਾ ਐਗਜ਼ਾਮ ਹੈ ਨਾ, ਇਸ ਲਈ ਆ ਨਹੀਂ ਪਾਏ। ਹਾਂ ਦੱਸਿਆ ਸੀ ਸੁਰਜੀਤ ਨੇ, ਟਿੰਨੀ ਦਾ ਐਗਜ਼ਾਮ ਸ਼ੁਰੂ ਹੈ। ਮੈਂ ਤਾਂ ਭੁੱਲ ਹੀ ਗਈ ਸੀ। ਭਾਈ ਸਾਹਿਬ ਅੱਜ ਨਾ ਛੋਲੇ ਕਚੋਰੀ ਬਣ ਰਹੇ ਨੇ, ਟਿੰਨੀ ਤੇ ਸੁਰਜੀਤ ਲਈ ਜਾਂਦੇ ਹੋਏ ਲੈ ਕੇ ਜਾਇਓ। ਵਾਹ ਜੀ ਵਾਹ, ਬਈ ਛੋਲੇ ਕਚੌਰੀ ਦੀ ਖੁਸ਼ਬੂ ਤਾਂ ਪੂਰੀ ਸੁਸਾਇਟੀ 'ਚ ਆ ਰਹੀ ਹੈ। ਮੈਂ ਸੋਚਿਆ ਆਹ ਹੀ ਸਹੀ ਟਾਈਮ ਹੈ ਤੁਹਾਡੇ ਘਰ ਆਉਣ ਦਾ। ਬਿਲਕੁਲ ਬਿਲਕੁਲ ਸਹੀ ਸੋਚਿਆ। ਅਰੁਣ ਦਹੀਂ ਲੈਣ ਗਿਆ, ਆਂਦਾ ਹੀ ਹੋਵੇਗਾ। ਮਨੀਸ਼ਾ ਕਚੌਰੀਆਂ ਬਣਾ ਰਹੀ ਹੈ। ਪੂਰੀ ਸੁਸਾਇਟੀ 'ਚ ਉਸਦੇ ਹੱਥ ਦੇ ਖਾਣੇ ਦੀ ਇੰਨੀ ਤਾਰੀਫ ਕਰਦੇ ਨੇ ਨਾ ਲੋਕ, ਅਸੀਂ ਵੀ ਮਨੀਸ਼ਾ ਨੂੰ ਆਪਣੇ ਇੱਥੇ ਖਾਣਾ ਬਣਾਉਣ ਲਈ ਰੱਖ ਲਿਆ। ਵਾਹ ਅੰਕਲ, ਮਨੀਸ਼ਾ ਆਂਟੀ ਤਾਂ ਸਭ ਕੁਝ ਵਧੀਆ ਬਣਾਉਂਦੇ ਨੇ। ਉਹ ਤੀਸ਼ਾ ਦੇ ਘਰ ਵੀ ਖਾਣਾ ਬਣਾਉਂਦੇ ਨੇ, ਨਾਲੇ ਤੀਸ਼ਾ ਲਈ ਤਾਂ ਮਨੀਸ਼ਾ ਆਂਟੀ ਪਾਸਤਾ ਵੀ ਬਣਾਉਂਦੀ ਹੈ। ਅੱਛਾ ਜੀ,
ਤੋ ਸੁਖਪਾਲ ਅਗਲੀ ਵਾਰੀ ਫਿਰ ਤੇਰੇ ਲਈ ਪਾਸਤਾ ਹੀ ਬਣੇਗਾ। ਤੂੰ ਵੀ ਆਈ ਤੇ ਟਿੰਨੀ ਤੇ ਤੀਸ਼ਾ ਨੂੰ ਵੀ ਨਾਲ ਲੈ ਕੇ ਆਈ। ਅੱਛਾ ਇਹ ਦੱਸ ਤੇਰੀ ਨਵੀਂ ਜੌਬ ਕਿਵੇਂ ਚੱਲ ਰਹੀ ਹੈ? ਤੁਸੀਂ ਬਿਲਕੁਲ ਠੀਕ ਪੁੱਛਿਆ ਸਾਰਿਕਾ, ਬਿਲਕੁਲ ਠੀਕ। ਇਹ ਜੌਬ ਨੂੰ ਜੁਆਇਨ ਕੀਤੇ ਅਜੇ 1 ਮਹੀਨਾ ਵੀ ਨਹੀਂ ਹੋਇਆ ਤੇ ਇਹ ਜਨਾਬ ਇਹ ਹੁਣੇ ਤੋਂ ਹੀ ਕਿਸੇ ਸਟਾਰਟਅਪ ਦਾ ਆਈਡੀਆ ਲੈ ਕੇ ਆ ਗਏ। ਬਈ ਵਾਹ। ਮੈਂ ਇਸੇ ਲਈ ਤੇ ਅਰੁਣ ਨਾਲ ਮਿਲਾਉਣ ਲਈ ਲੈ ਕੇ ਆਇਆ। ਬਈ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ। ਇਹ ਤਾਂ ਗੱਲ ਹੀ ਬਹੁਤ ਵਧੀਆ ਸੁਖਪਾਲ। ਇਹ ਸਟਾਰਟਅਪ ਦਾ ਆਈਡੀਆ ਕਿੰਨੀ ਵਧੀਆ ਸੋਚ ਹੈ। ਓਹੋ ਹੋ, ਇਹੀ ਤਾਂ ਗਲਤ ਹੈ ਵਿਨੀਤ। ਇੰਨੀ ਵਧੀਆ ਨੌਕਰੀ ਛੱਡ ਕੇ ਇਹ ਆਪਣਾ ਸਟਾਰਟਅਪ ਖੜਾ ਕਰਨ ਦੀ ਸੋਚ ਰਿਹਾ। ਅਗਰ ਇਹ ਸਫਲ ਨਾ ਹੋਇਆ ਤਾਂ ਨਾ ਘਰ ਦੇ ਨਾ ਘਾਟ ਦੇ, ਲੋਕਾਂ ਦੇ ਤਾਨੇ ਅਲੱਗ ਤੋਂ। ਪਰ ਪਾਪਾ ਕੁਝ ਪਾਉਣ ਲਈ ਜੋਖਮ ਤਾਂ ਉਠਾਉਣਾ ਹੀ ਪੈਂਦਾ, ਰਿਸਕ ਲੈਣਾ ਹੀ ਪੈਂਦਾ। ਤੁਸੀਂ ਵੀ ਪੜ੍ਹਾਉਣ ਲਈ ਸ਼ਹਿਰ ਆਏ ਸੀ ਨਾ, ਪਰ ਜਦੋਂ ਪੱਕੀ ਨੌਕਰੀ ਨਹੀਂ ਮਿਲੀ ਤਾਂ ਪੱਤਰਕਾਰਤਾ ਨਾਲ ਜੁੜ ਗਏ ਤੇ ਉਹਦੇ ਵਿੱਚ ਤੁਹਾਨੂੰ ਸਫਲਤਾ ਮਿਲਦੀ ਚਲੀ ਗਈ। ਤੁਸੀਂ ਵੀ ਤਾਂ ਰਿਸਕ ਲਿਆ ਹੈ ਨਾ। ਹਾਂ, ਮੈਨੂੰ ਮਿਹਣੇ ਮਾਰ ਲੈ। ਉਹ ਕਾਕਾ ਉਸ ਸਮੇਂ ਦੀ ਇਹ ਗੱਲ ਅਲੱਗ ਸੀ। ਉਸ ਸਮੇਂ ਕਈ ਮੌਕੇ ਸਨ। ਅੱਜ ਭਲਾ ਕੋਈ ਲੱਗੀ ਲਗਾਈ ਨੌਕਰੀ ਛੱਡਦਾ ਹੁੰਦਾ? ਹਾਂਜੀ ਭਾਈ ਸਾਹਿਬ ਜ਼ਰੂਰ ਛੱਡਦੇ ਨੇ। ਇਹ ਨੌਕਰੀ ਮੇਰੇ ਅਰੁਣ ਨੇ ਛੱਡੀ ਹੈ। ਹੁਣ ਆਪਣੇ ਸਟਾਰਟਅਪ ਲਈ ਉਹਨੇ ਚੰਗੇ ਪੈਸੇ ਵੀ ਇਕੱਠੇ ਕਰ ਲਏ ਨੇ। ਹਾਂ ਆਂਟੀ, ਅਰੁਣ ਦੀ ਕੰਪਨੀ ਉੱਪਰ ਜਿਸ ਵੈਂਚਰ ਕੈਪੀਟਲਿਸਟ ਨੇ ਨਿਵੇਸ਼ ਕੀਤਾ ਹੈ ਉਹਨਾਂ ਨੂੰ ਮੇਰਾ ਪ੍ਰੋਜੈਕਟ ਵੀ ਪਸੰਦ ਆ ਗਿਆ ਤੇ ਉਹਨਾਂ ਨੇ ਸਾਨੂੰ ਅਲੱਗ-ਅਲੱਗ ਕੰਮ ਕਰਨ ਦੀ ਬਜਾਏ ਹੁਣ ਇਕੱਠੇ ਕੰਮ ਕਰਨ ਲਈ ਕਿਹਾ। ਓਏ ਭੋਲੇ ਬੱਚਿਓ, ਉਹਨਾਂ ਲੋਕਾਂ ਨੇ ਤਾਂ ਆਪਣਾ ਨਿਵੇਸ਼ ਵੇਖਣਾ ਹੈ, ਪਰ ਤੁਸੀਂ ਤੇ ਅੱਗੇ ਆਪਣਾ ਘਰ ਵੀ ਚਲਾਉਣਾ ਹੈ। ਖੁਦ ਦਾ ਬਿਜ਼ਨਸ ਖੜਾ ਕਰਨਾ ਇੰਨਾ ਆਸਾਨ ਨਹੀਂ ਹੈ। ਸੁਖਪਾਲ, ਤੂੰ ਤੇ ਅਰੁਣ ਦੋਵੇਂ ਇੰਜੀਨੀਅਰ ਹੋ। ਅੱਜ ਕੱਲ੍ਹ ਇੰਜੀਨੀਅਰਾਂ ਦੀ ਕੀ ਹਾਲਤ ਹੈ ਤੈਨੂੰ ਪਤਾ ਹੀ ਹੈ। ਮੇਰਾ ਤਾਂ ਇਹ ਕਹਿਣਾ ਹੈ ਸੁਖਪਾਲ ਕਿ ਤੂੰ ਆਪਣੀ ਨੌਕਰੀ ਚਾਲੂ ਰੱਖ ਤੇ ਅਰੁਣ ਵੀ ਨੌਕਰੀ ਲੱਭ ਲਵੇ। 2 ਸਾਲ ਤੋਂ ਮੈਂ ਇਹਨੂੰ ਵੀ ਭਟਕਦਾ ਹੀ ਦੇਖ ਰਿਹਾ। ਨਮਸਤੇ ਅੰਕਲ। ਨਮਸਤੇ ਨਮਸਤੇ। ਅੰਕਲ ਕਿਸ ਨੂੰ ਭਟਕਦੇ ਵੇਖ ਲਿਆ ਤੁਸੀਂ? ਤੈਨੂੰ ਹੋਰ ਕਿਹਨੂੰ? ਦਹੀਂ ਲੈ ਕੇ ਆਇਆ? ਦਹੀਂ ਤਾਂ ਮੈਂ ਲੈ ਆਇਆ ਮੰਮੀ, ਪਰ ਉਹ ਸੁਸਾਇਟੀ 'ਚ ਤੀਸ਼ਾ ਨੇ ਵੇਖ ਲਿਆ ਮੈਨੂੰ। ਕਹਿ ਰਹੀ ਸੀ ਕਿ ਪਰੌਂਠੇ ਬਣ ਰਹੇ ਨੇ। ਮੈਂ ਕਿਹਾ ਨਹੀਂ, ਘਰ ਕਚੋਰੀਆਂ ਬਣ ਰਹੀਆਂ ਨੇ। ਬਸ ਉਹ ਆ ਰਹੀ ਹੋਏਗੀ ਪਿੱਛੇ। ਤੇ ਅੰਕਲ ਜੀਵਨ ਤਾਂ ਬਣਿਆ ਹੀ ਭਟਕਣ ਲਈ ਹੈ। ਹਾਂ, ਤੈਨੂੰ ਇਹ ਕਿਹੜੇ ਬਾਬੇ ਨੇ ਆਖ ਦਿੱਤਾ? ਜੀ ਬਾਬਾ ਅਰੁਣਾਨੰਦ ਨੇ। ਸਹੀ ਰਸਤੇ ਦੀ ਤਲਾਸ਼ 'ਚ ਭਟਕਣਾ ਅੰਤ ਉਦੇਸ਼ ਤੱਕ ਪਹੁੰਚਾ ਹੀ ਦਿੰਦਾ ਹੈ। ਬਸ ਤੈਅ ਕਰ ਲਿਆ ਤਾਂ ਚੱਲਦੇ ਰਹਿਣਾ ਹੁੰਦਾ ਹੈ, ਮੰਜ਼ਿਲ ਤਾਂ ਮਿਲ ਹੀ ਜਾਵੇਗੀ। ਜੈ ਬਾਬਾ ਅਰੁਣ ਦੇਵ ਦੀ। ਬੱਚਾ ਸੁਖਪਾਲ, ਅਰੁਣਾਨੰਦ ਬਾਬਾ ਦੀ। ਓਏ ਛੱਡੋ, ਇਹ ਕੋਈ ਹੱਸਣ ਦਾ ਸਬਜੈਕਟ ਨਹੀਂ ਹੈ, ਜ਼ਿੰਦਗੀ ਦਾ ਸਵਾਲ ਹੈ। ਤੇ ਉਹ ਕੀ ਕਹਿੰਦੇ ਨੇ, ਉਹ AI, ਆਰਟੀਫਿਸ਼ੀਅਲ ਇੰਟੈਲੀਜੈਂਸ। ਹੁਣ ਤੂੰ ਕੰਮ ਕਰ ਰਿਹਾ ਹੈ ਜਾਂ ਕਰਨ ਬਾਰੇ ਸੋਚ ਰਿਹਾ AI ਉੱਪਰ? ਹੁਣ ਦੱਸੋ ਵਿਨੀਤ, ਜਿਸ ਦੇ ਨਾਮ ਵਿੱਚ ਹੀ ਆਰਟੀਫਿਸ਼ੀਅਲ ਸ਼ਬਦ ਹੋਵੇ, ਉਹ ਕਿਵੇਂ ਕਿਸੇ ਦੇਸ਼ ਦਾ ਜਾਂ ਦੁਨੀਆ ਦਾ ਜਾਂ ਸਾਡੇ ਬੱਚਿਆਂ ਦਾ ਭਵਿੱਖ ਹੋ ਸਕਦਾ ਹੈ? ਬਈ ਕੁਝ ਅਲੱਗ ਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ, ਪਰ ਜਿਸ ਤੇਜ਼ੀ ਦੇ ਨਾਲ ਹਰ ਖੇਤਰ 'ਚ AI ਦੀ ਵਰਤੋਂ ਵੱਧਦੀ ਜਾ ਰਹੀ ਹੈ, ਬਈ ਮੈਨੂੰ ਤਾਂ ਲੱਗਦਾ ਪੂਰੀ ਮਨੁੱਖੀ ਸਭਿਅਤਾ ਦਾ ਭਵਿੱਖ AI 'ਚ ਕਿਤੇ ਛਿਪਿਆ ਹੈ। ਬਿਲਕੁਲ ਠੀਕ ਹੈ ਅੰਕਲ। AI 'ਚ ਇੰਨੀਆਂ ਸੰਭਾਵਨਾਵਾਂ ਨੇ ਕਿ ਤੁਹਾਨੂੰ ਮੈਂ ਕਿੰਨੀਆਂ ਸੰਭਾਵਨਾਵਾਂ ਨੇ? ਅਸੀਮਿਤ ਸੰਭਾਵਨਾਵਾਂ ਪਾਪਾ, ਅਨਲਿਮਿਟਿਡ। ਇਹ ਤਾਂ ਹੈ। ਇਹ ਸਭ ਸੰਭਾਵਨਾਵਾਂ ਵਿਦੇਸ਼ਾਂ 'ਚ ਨੇ। ਸਭ ਵਿਦੇਸ਼ੀਆਂ ਦੇ ਚੋਚਲੇ ਨੇ, ਹੋਰ ਕੁਝ ਨਹੀਂ। ਓਏ ਆਪਾਂ ਨੇ ਕਾਕਾ ਖਾਣੀਆਂ ਤੇ 2 ਰੋਟੀਆਂ ਹੀ ਨੇ। ਇਸ ਲਈ ਰੋਟੀ ਲਈ ਹੈ ਸਾਰਾ ਕੁਝ। ਇਸ ਲਈ ਰੋਟੀ ਲਈ ਹੈ ਕੁਝ ਤੁਹਾਡੇ AI ਦੇ ਵਿੱਚ। ਵਾਹ ਭਾਈ ਸਾਹਿਬ, ਤੁਸੀਂ ਤਾਂ ਅਰੁਣ ਦੇ ਸਟਾਰਟਅਪ ਬਾਰੇ ਹੀ ਪੁੱਛ ਲਿਆ। ਹੈਂ? ਅਰੁਣ ਸਟਾਰਟਅਪ ਵਿੱਚ ਰੋਟੀਆਂ ਬਣਾ ਰਿਹਾ ਹੈ? ਢਾਬਾ ਖੋਲ੍ਹ ਲਿਆ ਅਰੁਣ ਨੇ। ਚੱਲ ਸੁਖਪਾਲ, ਘਰ ਚੱਲ। ਕਈ ਸਟਾਰਟਅਪ ਨਹੀਂ ਖੁੱਲੇਗਾ। ਚਲੋ ਉਠੋ। ਉਹ ਤੁਸੀਂ ਅਰੁਣ ਦੇ AI ਆਧਾਰਿਤ ਸਟਾਰਟਅਪ ਬਾਰੇ ਕੁਝ ਸੁਣ ਤਾਂ ਲਓ। ਤੁਹਾਨੂੰ ਰੋਟੀ ਤੇ AI ਦਾ ਰਿਸ਼ਤਾ ਵੀ ਸਮਝ ਆ ਜਾਊਗਾ। ਬਿਲਕੁਲ ਅੰਕਲ, ਮੇਰਾ ਸਾਰਾ ਕੰਮ ਖੇਤੀਬਾੜੀ 'ਚ AI ਦੀ ਵਰਤੋਂ ਉੱਪਰ ਹੀ ਹੈ। ਖੇਤੀਬਾੜੀ 'ਚ AI? ਅਰੁਣ, ਹੁਣ AI ਖੇਤੀ ਕਰੇਗੀ? ਉਹ ਤੇ ਫਿਰ ਕਿਸਾਨ ਕੀ ਡੰਡੇ ਵਜਾਏਗਾ ਬਹਿ ਕੇ ਵੱਟ ਤੇ। ਅੰਕਲ AI ਰਾਹੀਂ ਅਸੀਂ ਮੌਸਮ, ਫਸਲ ਦੀ ਕਿਸਮ, ਖਾਦਾਂ ਦੀ ਵਰਤੋਂ ਵਗੈਰਾ ਦਾ ਆਂਕਲਨ ਕਰਕੇ ਫਸਲ ਦੀ ਪੈਦਾਵਾਰ ਦੱਸ ਸਕਦੇ ਹਾਂ, ਜਿਸ ਨਾਲ ਸਰਕਾਰ ਖਰੀਦ ਨੀਤੀ ਸਮਾਂ ਰਹਿੰਦਾ ਬਣਾ ਸਕਦੀ ਹੈ ਤੇ ਸੁਚਾਰੂ ਪ੍ਰਬੰਧ ਕੀਤੇ ਜਾ ਸਕਦੇ ਨੇ। ਵਾਹ ਕਮਾਲ ਹੈ। ਅੱਛਾ, ਤਾਂ ਇਹ AI ਡਾਟਾ ਵਿਸ਼ਲੇਸ਼ਣ ਕਰਕੇ ਖਰੀਦ ਦੀ ਤਿਆਰੀ ਲਈ ਨੀਤੀ ਬਣਾਉਣ 'ਚ ਵੀ ਮਦਦਗਾਰ ਹੁੰਦੀ ਹੈ,
ਖੇਤੀਬਾੜੀ 'ਚ ਹੋਰ ਕੀ ਹੋ ਸਕਦਾ ਹੈ? ਬਹੁਤ ਕੁਝ ਹੈ ਸੁਖਪਾਲ। ਅਸਲ 'ਚ AI ਤੇ ਮਸ਼ੀਨ ਲਰਨਿੰਗ ਦਾ ਐਗਰੀਕਲਚਰ ਵਿੱਚ ਉਪਯੋਗ ਕਾਫੀ ਜ਼ਿਆਦਾ ਸ਼ੁਰੂ ਹੋ ਗਿਆ ਹੈ। ਬਿਜਾਈ ਤੋਂ ਲੈ ਕੇ ਸਿੰਚਾਈ, ਖਾਦ ਤੇ ਫਿਰ ਵਾਢੀ ਤੱਕ AI ਦੀ ਭੂਮਿਕਾ ਹੈ। AI ਤਾਂ ਗਲੋਬਲ ਵਾਰਮਿੰਗ ਕਾਰਨ ਹੁੰਦੇ ਜਲਵਾਯੂ ਬਦਲਾਅ 'ਚ ਵੀ ਕਿਸਾਨਾਂ ਦਾ ਸਹਾਰਾ ਹੈ। ਉਹ ਕਿਵੇਂ ਅਰੁਣ? ਜਲਵਾਯੂ ਬਦਲਾਅ ਨਾਲ ਨਜਿੱਠਣ ਵਿੱਚ ਅਜੇ ਤੱਕ ਤਾਂ ਕਾਮਯਾਬੀ ਮਿਲੀ ਨਹੀਂ। ਅੰਕਲ, ਇਸ ਨੂੰ ਥੋੜਾ ਵਿਸਥਾਰ ਨਾਲ ਸਮਝੋ। ਸਧਾਰਨ ਤੌਰ ਤੇ ਕਿਸਾਨ ਦੇ ਪੱਧਰ ਤੇ ਖੇਤੀ 'ਚ 7 ਪੜਾਅ ਹੁੰਦੇ ਨੇ, ਜਿਵੇਂ ਖੇਤ 'ਚ ਮਿੱਟੀ ਦੀ ਤਿਆਰੀ, ਬਿਜਾਈ, ਖਾਦ ਪਾਉਣਾ, ਸਿੰਚਾਈ, ਨਦੀਨਾਂ ਤੋਂ ਸੁਰੱਖਿਆ, ਕਟਾਈ ਤੇ ਭੰਡਾਰਨ। ਤੇ AI ਇਹਨਾਂ ਸਭਨਾਂ ਦੇ ਲਈ ਹੱਲ ਦੇ ਰਹੀ ਹੈ, ਜਿਵੇਂ ਮਿੱਟੀ ਦੀ ਤਿਆਰੀ ਲਈ ਪੋਸ਼ਕ ਤੱਤਾਂ ਦੀ ਜਾਂਚ ਅਨੁਸਾਰ ਖਾਦ ਦੀ ਵਰਤੋਂ, ਖਾਦਾਂ ਦੀ ਬਰਬਾਦੀ ਘੱਟ ਹੁੰਦੀ ਹੈ, ਕਿਸਾਨਾਂ ਦਾ ਖਰਚਾ ਵੀ ਘਟਦਾ ਹੈ। ਭਾਈ ਸੁਖਪਾਲ, ਕਿਹਾ ਤਾਂ ਤੂੰ ਬਿਲਕੁਲ ਠੀਕ ਹੈ, ਪਰ ਮੈਨੂੰ ਲੱਗਦਾ ਤੂੰ ਪੂਰਾ ਹੋਮਵਰਕ ਕਰਕੇ ਆਇਆ। ਮੈਂ ਵੀ ਵੇਖ ਰਿਹਾ ਤੇ ਸੋਚ ਰਿਹਾ, ਇਹ ਬਣਿਆ ਸੀ ਕੰਪਿਊਟਰ ਇੰਜੀਨੀਅਰ, ਖੇਤੀ ਦੀ ਇੰਨੀ ਸਮਝ ਇਹਨੂੰ ਕਿੱਥੋਂ ਆ ਗਈ? ਬਈ ਮੈਨੂੰ ਤੇ ਸੁਖਪਾਲ ਤੇ ਅਰੁਣ ਦਾ ਕੁਝ ਘੋਲ-ਮੋਲ ਲੱਗ ਰਿਹਾ ਹੈ। ਅੰਕਲ, ਘੋਲ-ਮੋਲ ਬਾਅਦ 'ਚ ਸਮਝ ਲੈਣਾ, ਪਹਿਲੇ ਖੇਤੀ 'ਚ AI ਦੀ ਭੂਮਿਕਾ ਤਾਂ ਸਮਝ ਲਓ। ਤੇ ਹਾਂ ਅੰਕਲ, ਮਿੱਟੀ 'ਚ ਪੋਸ਼ਕ ਤੱਤਾਂ ਦੀ ਕਮੀ ਦਾ ਪਤਾ ਚੱਲਦਾ ਹੈ, ਪੋਸ਼ਕ ਤੱਤ ਦੀ ਕਿਸਮ ਤੇ ਲੋੜੀਂਦੀ ਮਾਤਰਾ ਦਾ ਪਤਾ ਲੱਗਦਾ ਹੈ। ਪ੍ਰਦੂਸ਼ਣ, ਗਲੋਬਲ ਵਾਰਮਿੰਗ ਕਰਕੇ ਹੋ ਰਹੇ ਬਦਲਾਅ ਕਾਰਨ ਕਿਸਾਨਾਂ ਨੂੰ ਕਈ ਵਾਰ ਬਿਜਾਈ ਦਾ ਸਮਾਂ ਤੈਅ ਕਰਨ 'ਚ ਦੁਵਿਧਾ ਹੁੰਦੀ ਹੈ। AI ਇਸ ਦਾ ਵੀ ਹੱਲ ਕਰਦੀ ਹੈ। ਹਾਂ ਅਰੁਣ, ਤੂੰ ਦੱਸ ਰਿਹਾ ਸੀ ਕਿ ਸਿੰਚਾਈ ਵਿੱਚ ਤਾਂ AI ਨੇ ਬਹੁਤ ਕ੍ਰਾਂਤੀ ਲਿਆ ਦਿੱਤੀ ਹੈ। ਆਂਟੀ ਅਰੁਣ, ਕੀ ਮੈਂ ਦੱਸਦਾ, ਹੁਣ ਤਾਂ ਪ੍ਰੀ ਸੀਜ਼ਨ ਫਾਰਮਿੰਗ ਯਾਨੀ ਫਸਲ ਦੀ ਜ਼ਰੂਰਤ ਮੁਤਾਬਕ ਪਾਣੀ, ਕਰੀਬ 90% ਤੱਕ ਪਾਣੀ ਦੀ ਬਚਤ ਹੁੰਦੀ ਹੈ। ਐਰੋਪੋਨਿਕਸ ਵਿਧੀ ਵਿੱਚ ਇਹ ਸਭ AI ਖੁਦ ਤੈਅ ਕਰਦੀ ਹੈ ਕਿ ਕਦੋਂ ਕਿੰਨਾ ਪਾਣੀ, ਕਿੰਨੀ ਖਾਦ, ਇੱਥੋਂ ਤੱਕ ਕਿ ਕਿੰਨੀ ਰੌਸ਼ਨੀ ਦੇਣੀ ਹੈ। ਸਭ AI ਆਧਾਰਿਤ ਆਟੋਮੈਟਿਕ ਪ੍ਰਣਾਲੀ ਤੈਅ ਕਰਦੀ ਹੈ। ਬਈ ਮੈਂ ਵੀ ਕਿਤੇ ਪੜ੍ਹਿਆ ਵੀ ਹੁਣ ਤੱਕ ਕੀਟਨਾਸ਼ਕਾਂ ਦਾ ਛਿੜਕਾਅ ਵੀ ਡਰੋਨ ਨਾਲ ਹੋ ਰਿਹਾ। ਪਾਪਾ, ਡਰੋਨ ਨਾਲ ਕੀਟਨਾਸ਼ਕਾਂ ਦਾ ਛਿੜਕਾਅ ਤਾਂ ਪੁਰਾਣੀ ਗੱਲ ਹੈ। ਹੁਣ ਤਾਂ ਡਰੋਨ ਪੂਰੇ ਖੇਤ 'ਚ ਚੱਕਰ ਲਗਾ ਕੇ ਜਾਂਚ ਕਰ ਲੈਂਦਾ ਹੈ ਕਿ ਕਿਸ ਹਿੱਸੇ 'ਚ ਕੀਟਾਂ ਦਾ ਪ੍ਰਕੋਪ ਹੈ ਤੇ ਕੀ ਇੰਨੇ ਕੀਟਾਂ ਲਈ ਕੀਟਨਾਸ਼ਕ ਛਿੜਕਣ ਦੀ ਜ਼ਰੂਰਤ ਹੈਗੀ ਵੀ ਹੈ ਕਿ ਨਹੀਂ। ਬਈ ਕਾਕਾ ਅਰੁਣ, ਜਦੋਂ ਕੀੜੇ ਮਕੌੜੇ ਹੈਣ ਤਾਂ ਕੀਟਨਾਸ਼ਕਾਂ ਦਾ ਛਿੜਕਾਅ ਤਾਂ ਹੋਏਗਾ ਹੀ ਹੋਏਗਾ। ਪਰ ਪਾਪਾ, ਇਹੀ ਤਾਂ ਖੂਬਸੂਰਤੀ ਹੈ AI ਦੀ। ਸਾਰੇ ਕੀਟ ਨੁਕਸਾਨਦਾਇਕ ਨਹੀਂ ਹੁੰਦੇ, ਨਾਲੇ ਅਸੀਂ ਕੀਟ ਨਿਯੰਤਰਿਤ ਕਰਨੇ ਨੇ, ਉਹਨਾਂ ਦਾ ਖਾਤਮਾ ਨਹੀਂ। ਡਰੋਨ ਇਹ ਧਿਆਨ ਰੱਖ ਕੇ ਕੀਟਨਾਸ਼ਕਾਂ ਦਾ ਘੱਟ ਤੋਂ ਘੱਟ ਛਿੜਕਾਅ ਕਰਦਾ ਹੈ। ਵਾਹ ਸੁਖਪਾਲ, ਤਾਂ ਤੇਰੇ AI ਵਾਲੇ ਡਰੋਨ ਨੂੰ ਵਾਤਾਵਰਣ ਦੀ ਚਿੰਤਾ ਵੀ ਹੈ। ਬਈ ਕਿਉਂ ਨਹੀਂ ਹੋਊਗੀ ਸਾਰਿਕਾ। ਅੱਛਾ ਅਰੁਣ, ਇਹ ਦੱਸ ਕਿ ਫਸਲ ਦੀ ਕਟਾਈ 'ਚ AI ਦੀ ਕੀ ਭੂਮਿਕਾ ਹੈ? ਪਾਪਾ, ਫਸਲ ਦੀ ਕਟਾਈ 'ਚ AI ਆਧਾਰਿਤ ਮਸ਼ੀਨਾਂ ਫਸਲ ਦੇ ਪੱਕਣ ਦਾ ਸਹੀ ਸਮਾਂ ਜਾਣ ਲੈਂਦੀਆਂ ਨੇ। ਵੱਡੇ ਖੇਤ 'ਚ ਮਸ਼ੀਨਾਂ ਦੀ ਦੂਰੀ ਤੇ ਕੋਣ ਤੈਅ ਹੋਣ ਕਾਰਨ ਘੱਟ ਸਮੇਂ 'ਚ ਘੱਟ ਤੇਲ ਖਰਚ ਕੇ ਜ਼ਿਆਦਾ ਤੋਂ ਜ਼ਿਆਦਾ ਫਸਲ ਦੀ ਕਟਾਈ ਕੀਤੀ ਜਾ ਸਕਦੀ ਹੈ। ਮਸ਼ੀਨਾਂ ਵਗੈਰਾ ਦੀ ਉਪਲਬਧਤਾ ਆਦਿ ਦੀ ਜਾਣਕਾਰੀ ਵੀ AI ਆਧਾਰਿਤ ਐਪ ਦੁਆਰਾ ਮਿਲ ਸਕਦੀ ਹੈ। ਕਿਉਂ ਸੁਖਪਾਲ? ਬਿਲਕੁਲ ਸਹੀ। ਕਿਉਂ ਸੁਖਪਾਲ? ਸੁਖਪਾਲ ਨੂੰ ਕੀ ਪਤਾ ਵਿਚਾਰੇ ਨੂੰ? ਵਿਨੀਤ, ਬਈ ਮੈਨੂੰ ਤਾਂ ਕੁਝ ਗੜਬੜ ਲੱਗ ਰਹੀ ਹੈ। ਪਾਪਾ, ਤੁਹਾਨੂੰ ਤਾਂ ਹਰ ਗੱਲ 'ਚ ਹੀ ਗੜਬੜ ਲੱਗਦੀ ਹੈ। ਲੱਗੇ ਕਿਉਂ ਨਾ ਬਈ? ਤੁਸੀਂ ਨੌਕਰੀਆਂ ਛੱਡ ਕੇ ਪਤਾ ਨਹੀਂ ਕਿਹੜੀ ਟੈਕਨੋਲੋਜੀ ਦੇ ਚੱਕਰ ਵਿੱਚ ਪੈ ਗਏ ਹੋ। ਤੇ ਮੇਰਾ ਸਵਾਲ ਤਾਂ ਇਹ ਹੈ, ਜਦੋਂ ਸਾਰੀ ਖੇਤੀ AI ਆਧਾਰਿਤ ਮਸ਼ੀਨਾਂ ਹੀ ਕਰਨਗੀਆਂ ਤੇ ਕਿਸਾਨ ਕੀ ਕਰੇਗਾ? ਹਾਂ ਅੰਕਲ, ਤੁਹਾਡਾ ਇਹ ਸਵਾਲ ਦਰੁਸਤ ਹੈ। ਬਸ ਇੱਕ ਗੱਲ, ਅੱਜ ਕਿਸੇ ਵਿਅਕਤੀ ਦੇ ਕੋਲ ਸਮਾਂ ਹੀ ਨਹੀਂ ਹੈ। ਅਗਰ ਉਸ ਨੂੰ ਸਮਾਂ ਮਿਲ ਜਾਵੇ ਤਾਂ ਉਹ ਕੀ ਕਰੇਗਾ? ਦੱਸੋ ਪਾਪਾ। ਜੇ ਸਮਾਂ ਮਿਲ ਜਾਏ ਤਾਂ ਬੰਦਾ ਕੁਝ ਨਾ ਕੁਝ ਤਾਂ ਕਰੇਗਾ ਹੀ। ਕੋਈ ਨਵਾਂ ਸਿੱਖੇਗਾ, ਕੋਈ ਨਵਾਂ ਕਰੇਗਾ, ਜੋ ਰਿਸ਼ਤੇ ਟੁੱਟ ਗਏ ਉਹਨਾਂ ਨੂੰ ਫੇਰ ਤੋਂ ਜੋੜੇਗਾ, ਆਪਣੇ ਤੇ ਆਪਣਿਆਂ ਦੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰੇਗਾ। ਉਹ ਕੁਝ ਨਾ ਕੁਝ ਤਾਂ ਕਰੇਗਾ ਹੀ। ਹਾਂ ਬਸ ਅੰਕਲ, ਕਿਸਾਨ ਵੀ ਫਸਲਾਂ ਲਈ ਨਵੀਆਂ ਟੈਕਨੋਲੋਜੀਜ਼ ਦੀ ਭਾਲ ਕਰੇਗਾ ਜੋ ਉਸ ਨੂੰ ਮਿਹਨਤ ਦੇ ਲਾਗਤ 'ਚ ਕਮੀ ਕਰਨ ਅਤੇ ਆਮਦਨੀ ਵਿੱਚ ਵਾਧਾ ਕਰਨ। ਤਾਂ ਤੁਹਾਡਾ ਜਿਹੜਾ ਸਟਾਰਟਅਪ ਹੈ ਖੇਤੀ 'ਚ ਟੈਕਨੋਲੋਜੀ ਦੇ ਹੱਲ ਦੇ ਰਿਹਾ ਹੈ? ਬਿਲਕੁਲ ਅੰਕਲ, AI ਦੀ ਭੂਮਿਕਾ ਭਾਰਤ 'ਚ ਕਿੰਨੀ ਵਧਣ ਵਾਲੀ ਹੈ ਇਹ ਤਾਂ ਜਾਣ ਲਓ। ਰੁਕੋ ਇੱਕ ਮਿੰਟ। ਸੁਖਪਾਲ, ਪਹਿਲਾਂ ਤਾਂ ਤੂੰ ਇਹ ਦੱਸ ਕਿ ਤੈਨੂੰ ਅਰੁਣ ਦੇ ਸਟਾਰਟਅਪ ਬਾਰੇ ਇੰਨਾ ਕੁਝ ਕਿਵੇਂ ਪਤਾ ਹੈ? ਅੰਕਲ, ਸੁਖਪਾਲ ਵੀ ਤਾਂ ਡਾਟਾ ਵਿਸ਼ਲੇਸ਼ਣ ਦਾ ਕੰਮ ਕਰਦਾ ਹੈ, ਤਾਂ ਟੈਕਨੋਲੋਜੀ ਬਾਰੇ ਅਪਡੇਟ ਤਾਂ ਰਹੇਗਾ ਹੀ। ਵੈਸੇ ਵੀ ਅੰਕਲ, ਸਿਹਤ ਸੇਵਾਵਾਂ ਤੋਂ ਲੈ ਕੇ ਬ੍ਰਹਿਮੰਡ ਦੀ ਯਾਤਰਾ ਤੱਕ
ਫੌਜ ਤੋਂ ਲੈ ਕੇ ਬਿਜਲੀ ਦੀ ਪੂਰਤੀ ਤੱਕ ਸਭ ਥਾਂ AI ਦੀ ਵਰਤੋਂ ਹੋ ਰਹੀ ਹੈ। ਤੇ ਵਪਾਰ ਤੋਂ ਸ਼ੇਅਰ ਬਾਜ਼ਾਰ ਤੱਕ ਸਭ 'ਚ AI ਦੀ ਵਰਤੋਂ ਹੋ ਰਹੀ ਹੈ। ਹੁਣ ਤਾਂ ਰੋਗਾਂ ਦੇ ਵਿਰੁੱਧ ਇਨਸਾਨਾਂ ਦੇ ਯੁੱਧ 'ਚ ਵੀ AI ਇੱਕ ਮਹੱਤਵਪੂਰਨ ਹਥਿਆਰ ਹੈ। ਮੈਂ ਤੇ ਇਹ ਵੀ ਸੁਣਿਆ ਕਿ ਕੱਪੜਿਆਂ ਤੋਂ ਲੈ ਕੇ ਮੇਕਅਪ ਤੱਕ ਵਿੱਚ ਵੀ AI ਆਧਾਰਿਤ ਐਪ ਕਾਫੀ ਅਹਿਮ ਹੁੰਦੇ ਜਾ ਰਹੇ ਨੇ। ਹਾਂ ਮੰਮੀ, ਹੁਣ AI ਦੇ ਜ਼ਰੀਏ ਮੌਸਮ ਮੁਤਾਬਕ ਕੱਪੜਿਆਂ ਦੀ ਤੇ ਪਸੰਦ ਮੁਤਾਬਕ ਰੰਗ ਦੀ ਚੋਣ ਹੋ ਜਾਂਦੀ ਹੈ। ਘਰ ਦੇ ਆਕਾਰ ਜਾਂ ਟਾਈਪ ਦੇ ਮੁਤਾਬਕ ਫਰਨੀਚਰ ਦੀ ਚੋਣ ਵੀ AI ਦੱਸ ਦਿੰਦੀ ਹੈ। ਜੀ ਆਂਟੀ, ਸੜਕਾਂ ਤੇ ਲੋਕਾਂ ਦੀ ਕਾਰਜ ਸਮਰੱਥਾ ਅਨੁਸਾਰ ਕਾਰਾਂ ਦੇ ਡਿਜ਼ਾਈਨ ਤੇ ਉਹਨਾਂ ਦੀ ਫਿਊਲ ਐਫੀਸ਼ੀਐਂਸੀ AI ਰਾਹੀਂ ਤੈਅ ਹੁੰਦੀ ਹੈ। ਉਹ ਮੈਨੂੰ ਵੀ ਕਿਸੇ ਨੇ ਦੱਸਿਆ ਵੀ ਸਮੁੰਦਰੀ ਤੇ ਹਵਾਈ ਜਹਾਜ਼ ਆਦਿ ਵਿੱਚ ਸਮਾਨ ਕਿਵੇਂ ਲੋਡ ਹੋਣਾ ਹੈ, ਇਸ ਨੂੰ ਵੀ AI ਐਪ ਹੀ ਤੈਅ ਕਰਦੀ ਹੈ। ਬਿਲਕੁਲ ਠੀਕ ਪਾਪਾ। ਸਮੁੰਦਰੀ ਅਤੇ ਹਵਾਈ ਜਹਾਜ਼ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਅਹਿਮੀਅਤ ਸੰਤੁਲਨ ਦੀ ਹੁੰਦੀ ਹੈ। AI ਦੇ ਆਉਣ ਨਾਲ ਲੋਡਿੰਗ ਦਾ ਕੰਮ ਬੇहद ਆਸਾਨ ਤੇ ਜਲਦ ਹੋਣ ਲੱਗਿਆ ਹੈ। AI ਆਧਾਰਿਤ ਮਸ਼ੀਨਾਂ ਹੀ ਤੈਅ ਕਰ ਲੈਂਦੀਆਂ ਨੇ ਕਿ ਕਿਸ ਵਜ਼ਨ ਅਤੇ ਕਿਸ ਆਕਾਰ ਦਾ ਸਮਾਨ ਕਿੱਥੇ-ਕਿੱਥੇ ਜਾਣਾ ਹੈ। ਪਰ ਅਰੁਣ, AI ਨੂੰ ਲੈ ਕੇ ਭਾਰਤ 'ਚ ਕੀ ਮਾਹੌਲ ਹੈ? ਕੀ ਸਰਕਾਰੀ ਨੀਤੀਆਂ AI ਦੇ ਪੱਖ ਵਿੱਚ ਨੇ? ਬਿਲਕੁਲ ਆਂਟੀ, ਭਾਰਤ ਸਰਕਾਰ ਨੇ ਜੂਨ 2018 'ਚ AI ਉੱਪਰ ਰਾਸ਼ਟਰੀ ਨੀਤੀ ਯਾਨੀ ਨੈਸ਼ਨਲ ਸਟ੍ਰੈਟਜੀ ਫਾਰ ਆਰਟੀਫਿਸ਼ੀਅਲ ਇੰਟੈਲੀਜੈਂਸ AI ਫਾਰ ਆਲ ਯਾਨੀ AI ਸਭ ਵਾਸਤੇ ਨਾਮੀ ਦਸਤਾਵੇਜ਼ ਜਾਰੀ ਕਰ ਲਿਆ ਸੀ। ਨੀਤੀ ਆਯੋਗ ਦੇ ਇਸ ਦਸਤਾਵੇਜ਼ ਵਿੱਚ 5 ਪ੍ਰਮੁੱਖ ਖੇਤਰਾਂ ਬਾਰੇ ਚਰਚਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਵਾਧਾ ਦਰ ਕਿਵੇਂ ਉੱਚ ਰੱਖੀ ਜਾਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਕਿਵੇਂ ਜੋੜਿਆ ਜਾਵੇ। ਅੱਛਾ, ਉਹ 5 ਪ੍ਰਮੁੱਖ ਖੇਤਰ ਕਿਹੜੇ-ਕਿਹੜੇ ਨੇ ਬਈ? ਵੀ ਉਹਨਾਂ 'ਚ ਆਮ ਨਾਗਰਿਕ ਲਈ ਸੱਚਮੁੱਚ ਕੁਝ ਨਾ ਕੁਝ ਹੈ ਜਾਂ ਸਿਰਫ ਗੱਲਾਂ ਹੀ ਗੱਲਾਂ? ਨਹੀਂ ਪਾਪਾ, ਗੱਲਾਂ ਹੀ ਗੱਲਾਂ ਤਾਂ ਟੀਵੀ ਨਿਊਜ਼ 'ਚ ਜ਼ਿਆਦਾ ਸੁਣਾਈ ਦਿੰਦੀਆਂ ਨੇ। ਵੈਸੇ ਸਰਕਾਰ ਦੁਆਰਾ ਚੁਣੇ ਗਏ 5 ਖੇਤਰ ਨੇ ਸਿਹਤ ਸੇਵਾਵਾਂ, ਖੇਤੀਬਾੜੀ, ਸਿੱਖਿਆ, ਸਮਾਰਟ ਸਿਟੀ ਆਧਾਰਭੂਤ ਢਾਂਚਾ ਤੇ ਆਵਾਜਾਈ। ਅੱਛਾ, ਪਰ ਤੁਹਾਡੇ ਸਟਾਰਟਅਪ ਲਈ ਕੀ ਹੈ? ਮੇਰਾ ਮਤਲਬ ਅਰੁਣ ਦੇ ਸਟਾਰਟਅਪ ਦੇ ਲਈ ਕੀ ਹੈ ਇਹਦੇ 'ਚ? ਅੰਕਲ, ਸਰਕਾਰ ਨੇ ਤਾਂ ਇੱਕ ਤੰਤਰ ਤੇ ਸਹਿਯੋਗ ਦੇਣ ਵਾਲੀ ਇੱਕ ਇਕਾਈ ਪ੍ਰਣਾਲੀ ਬਣਾ ਦਿੱਤੀ ਹੈ। ਹੁਣ ਕੰਮ ਕੀ ਕਰਨਾ ਹੈ, AI ਦੇ ਉਪਯੋਗ ਨਾਲ ਕੀ ਨਵਾਂ ਲੱਭਣਾ ਹੈ, ਇਹ ਤਾਂ ਅਸੀਂ ਤੈਅ ਕਰਨਾ ਹੈ ਨਾ। ਮਤਲਬ ਮੇਰੇ ਤੇ ਸੁਖਪਾਲ ਵਰਗੇ ਨੌਜਵਾਨਾਂ ਨੇ। ਬਿਲਕੁਲ ਅਰੁਣ, ਕੰਮ ਤਾਂ ਆਪਾਂ ਹੀ ਕਰਨਾ ਹੈ। ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦਾ ਸੰਭਵ ਤੇ ਸਾਰਥਕ ਹੱਲ ਲੱਭਣਾ ਹੈ। ਇਸ 'ਚ AI ਬੇहद ਮਦਦਗਾਰ ਸਾਬਤ ਹੋ ਰਹੀ ਹੈ। ਅਰੁਣ, ਤੂੰ ਖੇਤੀਬਾੜੀ ਖੇਤਰ ਚੁਣਿਆ ਹੈ, ਇਸੇ ਵਿੱਚ ਹੀ ਸੀਮਿਤ ਰਹਿਣ ਦਾ ਇਰਾਦਾ ਹੈ ਕੀ? ਅੰਕਲ, ਤਕਨੀਕ ਕਿੱਥੇ ਸੀਮਿਤ ਰਹਿੰਦੀ ਹੈ। ਮਨੁੱਖ ਨੇ ਐਟਮ ਨੂੰ ਤੋੜਨਾ ਸਿੱਖਿਆ ਤਾਂ ਬੰਬ ਬਣਾ ਲਿਆ, ਤੇ ਫਿਰ ਬਿਜਲੀ ਵੀ, ਅਤੇ ਹੁਣ ਇਲਾਜ ਵੀ ਹੁੰਦਾ ਹੈ। AI ਵਿੱਚ ਬਹੁਤ ਸੰਭਾਵਨਾਵਾਂ ਨੇ। ਦਰਅਸਲ AI ਨੂੰ ਮਨੁੱਖ ਦੀ ਤਰ੍ਹਾਂ ਸੋਚਣ ਤੇ ਸਮਝਣ ਵਿੱਚ ਸਮਰੱਥ ਬਣਾਇਆ ਜਾ ਰਿਹਾ ਹੈ। ਬਈ ਤੂੰ ਤਾਂ ਇਹ ਕਹਿਣਾ ਚਾਹੁੰਦਾ ਹੈ ਕਿ AI ਮਨੁੱਖ ਦੀ ਜਗ੍ਹਾ ਲੈ ਲਊਗੀ? ਨਹੀਂ ਪਾਪਾ, AI ਮਨੁੱਖ ਦੀ ਜਗ੍ਹਾ ਕਦੇ ਨਹੀਂ ਲੈ ਸਕਦੀ, ਪਰ ਮਨੁੱਖ ਦੀ ਤਰ੍ਹਾਂ ਸੋਚ ਕੇ ਸਾਰਥਕ ਤੇ ਪ੍ਰਾਸੰਗਿਕ ਫੈਸਲੇ ਲੈ ਸਕਦੀ ਹੈ। ਲੈ, ਇਹ ਕਿਵੇਂ ਸੰਭਵ ਹੈ ਬਈ? ਕੋਈ ਮਸ਼ੀਨ ਮਨੁੱਖ ਦੀ ਤਰ੍ਹਾਂ ਸੋਚ ਸਕੇਗੀ? ਸਵਾਲ ਤੇ ਮੇਰਾ ਵੀ ਇਹੀ ਹੈ। ਆਂਟੀ, ਇੰਜ ਕਿਉਂ ਨਹੀਂ ਹੋ ਸਕਦਾ? ਸੋਚੋ, ਜੇਕਰ ਪਾਪਾ ਪੱਤਰਕਾਰ ਨੇ ਤੇ ਅੰਕਲ ਇੰਜੀਨੀਅਰ, ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਾਕਾ ਕਿ ਉਹਨਾਂ ਦੀ ਰੁਚੀ ਵਿਗਿਆਨ ਵਿੱਚ ਸੀ ਤੇ ਮੇਰੀ ਸਾਹਿਤ ਤੇ ਰਾਜਨੀਤੀ ਵਿੱਚ। ਮਤਲਬ ਇਹ ਕਹਿਣਾ ਚਾਹੁੰਦੇ ਆ ਕਿ ਆਪਣੀ ਆਪਣੀ ਪੜ੍ਹਾਈ ਤੋਂ ਹੀ ਅਸੀਂ ਸਿੱਖਿਆ। ਬਿਲਕੁਲ ਠੀਕ ਹੈ ਪਾਪਾ। ਜੋ ਵੀ ਅਸੀਂ ਹਾਂ ਆਪਣੀ ਸਿੱਖਿਆ ਕਰਕੇ ਹਾਂ, ਚਾਹੇ ਸਕੂਲ ਤੋਂ ਸਿੱਖਿਆ ਹੋਵੇ ਜਾਂ ਘਰ ਤੋਂ, ਪਰ ਸਭ ਸਿੱਖਿਆ ਇਸੇ ਦੁਨੀਆ ਤੋਂ ਹੈ ਨਾ। ਠੀਕ ਹੈ ਨਾ? ਤੇ ਇਹਦੇ ਵਿੱਚ ਕਿਹੜੀ ਵਿਸ਼ੇਸ਼ ਗੱਲ ਹੈ? ਇਹ ਤੇ ਸੰਸਾਰ ਦਾ ਨਿਯਮ ਹੀ ਹੈ। ਵਿਸ਼ੇਸ਼ ਗੱਲ ਇਹ ਕਿ ਜਿਹੋ ਜੇ ਸਿੱਖਿਆ ਉਹੋ ਜਿਹਾ ਕੈਰੀਅਰ। ਹਾਂ, ਬਿਲਕੁਲ ਸਹੀ ਪਾਪਾ। ਯਾਨੀ ਜੋ ਅਸੀਂ ਹਾਂ ਉਹ ਉਸੇ ਕਾਰਨ ਆ ਜੋ ਅਸੀਂ ਇਸ ਦੁਨੀਆ ਤੋਂ ਸਿੱਖਿਆ ਹੈ। ਠੀਕ? ਬਈ ਤੁਸੀਂ ਗੋਲਮੋਲ ਵੀ ਕਰੀ ਜਾਂਦੇ ਆ। ਤੁਸੀਂ ਦੋਨੇ ਹੀ ਹੁਣ ਸਾਫ਼ ਦੱਸੋ, ਕਹਿਣਾ ਕੀ ਚਾਹੁੰਦੇ ਆ? ਮੈਂ ਦੱਸਾਂ ਜੀ, ਇਹ ਬਸ ਇਹ ਦੱਸਣਾ ਚਾਹੁੰਦੇ ਨੇ ਕਿ ਸਾਡੇ 'ਚ ਤਾਂ ਦਿਮਾਗ ਹੈ ਨਹੀਂ। ਜੋ ਪੜ੍ਹ ਲਿਆ ਉਹ ਹੀ ਬਣ ਗਏ। ਆਪਣੇ ਅਨੁਭਵ ਨਾਲ, ਆਪਣੇ ਤਜਰਬੇ ਨਾਲ ਤੇ ਕੋਈ ਸਿੱਖਿਆ ਹੀ ਨਹੀਂ। ਹਾਂ ਬਸ ਅੰਕਲ, ਇਹੀ ਤਾਂ AI 'ਚ ਹੁੰਦਾ ਹੈ। ਉਸ ਵਿੱਚ ਵੀ ਸਭ ਗਿਆਨ ਭਰਿਆ ਜਾਂਦਾ ਹੈ, ਫਿਰ ਉਹ ਵੀ ਆਦਮੀ ਦੀ ਤਰ੍ਹਾਂ ਸੋਚਣ ਲੱਗਦੀ ਹੈ। ਸਿਰਫ ਆਦਮੀ ਦੀ ਤਰ੍ਹਾਂ? ਨਹੀਂ ਆਂਟੀ, ਆਦਮੀ ਤੇ ਔਰਤ ਦੋਵਾਂ ਦੀ ਤਰ੍ਹਾਂ। ਜਿੰਨਾ ਜ਼ਿਆਦਾ ਡਾਟਾ ਹੋਵੇਗਾ ਓਨੀ ਹੀ ਮਸ਼ੀਨ ਸੋਚਣ ਸਮਝਣ 'ਚ ਜ਼ਿਆਦਾ ਸਮਰੱਥ ਹੋਵੇਗੀ। ਜਿਵੇਂ ਮਨੁੱਖ ਦੀ ਤਰ੍ਹਾਂ ਸੋਚਣ ਸਮਝਣ 'ਚ ਸਮਰੱਥ ਮਸ਼ੀਨ ਬਣਾਉਣ ਲਈ ਲੋਕਾਂ ਦਾ ਜ਼ਿਆਦਾ ਤੋਂ ਜ਼ਿਆਦਾ
ਡਾਟਾ ਕੰਪਿਊਟਰ 'ਚ ਫੀਡ ਕੀਤਾ ਜਾਂਦਾ। ਸੋਸ਼ਲ ਮੀਡੀਆ ਨਾਲ ਸਭ ਜੁੜ ਰਹੇ ਨੇ। ਹੈ ਤਾਂ ਇਹ ਲੋਕਾਂ ਨੂੰ ਜੋੜਨ ਦਾ ਜ਼ਰੀਆ, ਪਰ ਮਸ਼ੀਨ ਲਰਨਿੰਗ ਲਈ ਸਭ ਤੋਂ ਵਧੀਆ ਡਾਟਾ ਦਾ ਸਰੋਤ ਵੀ ਇਹੀ ਹੈ। ਟੀਵੀ ਉੱਪਰ ਤੁਸੀਂ ਕੀ ਵੇਖ ਰਹੇ ਹੋ, ਕਿੰਨੀ ਦੇਰ ਵੇਖ ਰਹੇ ਹੋ, ਕੌਣ ਵੇਖ ਰਿਹਾ ਹੈ, ਇਹ ਸਾਰਾ ਮਸ਼ੀਨ ਦੇ ਦੇਖਣ ਲਈ ਡਾਟਾ ਹੀ ਤਾਂ ਹੈ। ਬਸ ਇਹੀ ਡਾਟਾ ਮਸ਼ੀਨ ਨੂੰ ਆਦਮੀ ਮੇਰਾ ਮਤਲਬ ਹੈ ਮਨੁੱਖ ਦੀ ਤਰ੍ਹਾਂ ਸੋਚਣ ਸਮਝਣ ਲਾਇਕ ਬਣਾਉਂਦਾ ਹੈ। ਅੱਛਾ, ਤਾਂ ਅਸੀਂ ਜੋ ਫੋਨ ਜਾਂ ਟੀਵੀ ਉੱਪਰ ਦੇਖਦੇ ਸੁਣਦੇ ਹਾਂ ਉਹ ਸਭ AI ਨੂੰ ਸਿਖਾਉਣ ਸਮਝਾਉਣ ਲਈ ਡਾਟਾ ਹੀ ਹੈ। ਪਾਪਾ, ਕੇਵਲ ਫੋਨ ਟੀਵੀ ਨਹੀਂ, ਤੁਸੀਂ ਜੋ ਕਾਰ 'ਚ FM ਵਗੈਰਾ ਵੀ ਸੁਣਦੇ ਹੋ, ਇਹ ਸਭ ਵੀ ਡਾਟਾ ਹੀ ਹੈ। ਪਰ ਡਾਟਾ, ਵਿਸ਼ੇਸ਼ ਕਰਕੇ ਨਿੱਜੀ ਡਾਟਾ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਕਾਨੂੰਨ ਨੇ। ਉਲੰਘਣ ਕਰਨ ਤੇ ਸਜ਼ਾ ਦਾ ਪ੍ਰਾਵਧਾਨ ਵੀ ਹੈ। ਵੈਸੇ ਕਈ ਦੇਸ਼ਾਂ 'ਚ ਤਾਂ AI ਨੇ ਕਈ ਪ੍ਰਮੁੱਖ ਕੰਮ ਸੰਭਾਲ ਲਏ ਨੇ, ਜਿਵੇਂ ਕੰਪਨੀਆਂ 'ਚ ਅਮਲੇ ਦੀ ਭਰਤੀ, ਟ੍ਰੈਫਿਕ ਕੰਟਰੋਲ, ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦਾ ਚਲਾਨ ਆਦਿ। ਬਿਲਕੁਲ ਅੰਕਲ, ਹੁਣ ਤਾਂ ਨਿਊਜ਼ ਪੜ੍ਹਨ ਦਾ ਕੰਮ ਵੀ AI ਦੇ ਜ਼ਰੀਏ ਹੋਣ ਲੱਗ ਪਿਆ। ਆ ਲੈ, ਇਹ ਹੋਰ ਸੁਣ ਲਓ, ਖਬਰਾਂ ਵੀ AI ਪੜ੍ਹ ਰਹੀ ਹੈ। ਉਹ ਖਬਰਾਂ ਅੱਜ ਵੀ ਇਨਸਾਨ ਪੜ੍ਹਦਾ, ਮਸ਼ੀਨ ਨਹੀਂ। ਅੰਕਲ, ਪੱਤਰਕਾਰਾਂ ਨੂੰ ਤਾਂ ਸਭ ਪਤਾ ਹੁੰਦਾ ਹੈ। 9 ਨਵੰਬਰ 2018 ਨੂੰ ਚੀਨ ਦੇ ਜਿਨਹੂਆ ਨਿਊਜ਼ ਚੈਨਲ ਵਿੱਚ ਖਬਰ ਇੱਕ ਆਦਮੀ ਵਰਗੀ ਦਿਸਦੀ AI ਮਸ਼ੀਨ ਨੇ ਪੜ੍ਹੀ ਸੀ। ਜੇ ਉਹ ਖੁਦ ਨਾ ਦੱਸਦਾ ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲਣਾ ਸੀ ਕਿ ਉਹ ਰੋਬੋਟ ਹੈ। ਕਮਾਲ ਹੈ। ਹੈਂ, ਰੋਬੋਟ ਨੇ ਖਬਰਾਂ ਪੜ੍ਹੀਆਂ? ਹਾਂ 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 ਹਾਂ, ਕੋਈ ਸੁਣਿਆ ਤਾਂ ਸੀ। ਉਹ ਤਾਂ ਚੀਨ ਦਾ ਫੇਮਸ ਐਂਕਰ ਸੀ। ਪਾਪਾ, ਹੁਣ ਤੁਸੀਂ ਇੰਨੇ ਵੱਡੇ ਪੱਤਰਕਾਰ ਹੋ, ਤੁਸੀਂ ਵੀ ਰੋਬੋਟ ਤੇ ਆਦਮੀ 'ਚ ਫਰਕ ਨਹੀਂ ਕਰ ਸਕੇ। ਉਹ ਕਾਕਾ, ਉਹ ਪ੍ਰਸਿੱਧ ਚੀਨੀ ਨਿਊਜ਼ ਐਂਕਰ ਜ਼ੈਂਗ ਜਾਓ ਦੀ ਹੀ ਆਵਾਜ਼ ਵਿੱਚ ਨਿਊਜ਼ ਪੜ੍ਹ ਰਿਹਾ ਸੀ। ਵਾਹ ਪਾਪਾ, ਤੁਸੀਂ ਤਾਂ ਬਿਲਕੁਲ ਸਹੀ ਦੱਸਿਆ। ਹਾਂ ਬੇਟਾ, ਤੇਰਾ ਬਾਪ ਜੋ ਆ ਮੈਂ। ਬਈ ਸਰਬਜੀਤ, ਤੁਸੀਂ ਤਾਂ ਵੈਟਰਨ ਹੋ ਪਰ ਚੱਕਾ ਮਾਰਤਾ। ਇਹ ਬੱਚੇ ਤਾਂ ਸਾਨੂੰ ਐਵੇਂ ਪਾਗਲ ਹੀ ਸਮਝੀ ਜਾਂਦੇ ਆ। ਵਿਨੀਤ, ਤੁਸੀਂ ਤਾਂ ਆਰਮੀ ਇੰਜੀਨੀਅਰ ਹੋ, ਨਵੀਂ ਟੈਕਨੋਲੋਜੀ, AI ਵਗੈਰਾ ਸਮਝਦੇ ਹੋ। ਮੈਂ ਤਾਂ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਰਿਹਾ। ਫਿਰ ਪੱਤਰਕਾਰਤਾ ਨੇ ਚੌਗਿਰਦੇ ਬਾਬਤ ਜਾਗਰੂਕ ਰਹਿਣਾ ਸਿਖਾ ਦਿੱਤਾ ਹੈ। ਮੈਂ ਤੁਹਾਨੂੰ ਇੱਕ ਖਬਰ ਦੇਣਾ। ਕਿਹੜੀ ਖਬਰ ਪਾਪਾ? ਖਬਰ ਇਹ ਕਿ ਬੇਟਾ, ਤੂੰ ਤੇ ਅਰੁਣ ਨੇ ਮਿਲ ਕੇ ਆਪਣੀ ਸਟਾਰਟਅਪ ਕੰਪਨੀ ਖੋਲ੍ਹ ਲਈ ਹੈ। ਓਏ ਭਲੇ ਮਾਨਸੋ, ਸਾਨੂੰ ਤਾਂ ਦੱਸ ਦਿੰਦੇ। ਓਏ ਇਹ ਕਦੋਂ ਹੋਇਆ? ਓਏ ਅਰੁਣ, ਸਾਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ। ਹਾਂ ਅਰੁਣ, ਸਾਨੂੰ ਇਹ ਤਾਂ ਪਤਾ ਸੀ ਕਿ ਤੂੰ ਸਟਾਰਟਅਪ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ, ਪਰ ਸੁਖਪਾਲ ਨਾਲ ਮਿਲ ਕੇ ਸ਼ੁਰੂ ਵੀ ਕਰ ਲਿਆ, ਇਹ ਤਾਂ ਤੂੰ ਦੱਸਿਆ ਹੀ ਨਹੀਂ। ਓ ਮੰਮੀ, ਅਸੀਂ ਦੋਵੇਂ ਤਾਂ ਤੁਹਾਨੂੰ ਸਭ ਨੂੰ ਸਰਪ੍ਰਾਈਜ਼ ਦੇਣ ਵਾਲੇ ਸੀ, ਪਰ ਸਰਬਜੀਤ ਅੰਕਲ ਨੇ ਸੁਖਪਾਲ ਨੂੰ ਇਦਾਂ ਡਾਟਿਆ ਕਿ ਸਾਨੂੰ ਲੱਗਿਆ ਕਿ ਹੁਣ ਕੁਝ ਦਿਨ ਬਾਅਦ ਦੱਸਾਂਗੇ। ਪਰ ਅੰਕਲ, ਤੁਹਾਨੂੰ ਕਿਵੇਂ ਪਤਾ ਲੱਗਾ? ਅਰੁਣ ਬੇਟਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਰਿਸ਼ਤੇ ਮੇਂ ਤੋ ਹਮ ਤੁਮਹਾਰੇ ਬਾਪ ਹੋਤੇ हैं। ਓਏ ਤੂੰ ਨਹੀਂ, ਉਹ ਆ। ਦਰਅਸਲ ਸੁਖਪਾਲ ਦੇ ਵਿਵਹਾਰ ਤੋਂ ਮੈਂ ਇਹ ਤਾਂ ਸਮਝ ਗਿਆ ਸੀ ਬਈ ਇਹ ਕਿਸੇ ਉਧੇੜ ਬੁਣ ਵਿੱਚ ਹੈ। ਫਿਰ ਇੱਕ ਦਿਨ ਮੈਂ ਇਸ ਨੂੰ ਅਰੁਣ ਨਾਲ ਗੱਲਬਾਤ ਕਰਦੇ ਸੁਣਿਆ। ਮੈਂ ਸਾਰੀ ਗੱਲ ਸਮਝ ਗਿਆ। ਵਿਨੀਤ, ਇਹ ਆਪਣੇ ਇਰਾਦਿਆਂ ਵਿੱਚ ਕਿੰਨੇ ਪੱਕੇ ਨੇ ਤੇ ਆਪਣਾ ਵਿਸ਼ਾ ਕਿੰਨੀ ਚੰਗੀ ਤਰ੍ਹਾਂ ਸਮਝਦੇ ਨੇ, ਬਸ ਮੈਂ ਤੇ ਇਹੀ ਪਰਖ ਰਿਹਾ ਸੀ। ਤਾਂ ਪਾਪਾ, ਤੁਹਾਨੂੰ ਮੇਰੇ ਤੇ ਅਰੁਣ ਦੀ ਕੰਪਨੀ ਖੋਲਣ ਨਾਲ ਹੁਣ ਕੋਈ ਦਿੱਕਤ ਤਾਂ ਨਹੀਂ ਹੈ ਨਾ? ਦਿੱਕਤ ਕਿਹੜੀ ਬੇਟਾ, ਤੁਸੀਂ ਨਵੀਂ ਟੈਕਨੋਲੋਜੀ ਨੂੰ ਅੱਗੇ ਲਿਆਓਗੇ, ਇਸ ਨਾਲ ਕੁਝ ਸਿੱਖੋਗੇ, ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੱਭੋਗੇ, ਤਾਂ ਫਿਰ ਪੁੱਤਰ ਮੈਂ ਇਸ ਪਵਿੱਤਰ ਕਾਰਜ ਦੇ ਰਸਤੇ 'ਚ ਰੋੜਾ ਕਿਵੇਂ ਅਟਕਾ ਸਕਦਾ? ਬਈ ਬਹੁਤ ਵਧੀਆ, ਬਹੁਤ ਅੱਛੇ। ਦੇਖੋ ਜੀ, ਦੁਨੀਆ ਨੇ ਤਾਂ ਆਇਨਸਟਾਈਨ ਨੂੰ ਵੀ ਮੰਦਬੁੱਧੀ ਮੰਨ ਲਿਆ ਸੀ, ਪਰ ਅੱਜ ਹਰ ਇੰਟੈਲੀਜੈਂਟ ਵਿਅਕਤੀ ਨੂੰ ਆਇਨਸਟਾਈਨ ਕਹਿ ਕੇ ਬੁਲਾਉਂਦੇ ਨੇ। ਸਹੀ ਕਿਹਾ ਤੁਸੀਂ। ਚਲੋ ਹੁਣ ਕਚੌਰੀਆਂ ਵੀ ਤਿਆਰ ਨੇ ਤੇ ਤੁਸੀਂ ਵੀ ਹੋ ਜਾਓ ਤਿਆਰ ਖਾਣ ਦੇ ਲਈ। ਟਿੰਨੀ ਤੇ ਤੀਸ਼ਾ ਵੀ ਆਉਂਦੀਆਂ ਹੋਣਗੀਆਂ। ਦੇਖੋ ਬਈ, AI ਉਪਯੋਗੀ ਤਾਂ ਹੈ। ਹਾਂ, ਕੁਝ ਲੋਕ ਇਸ ਦੇ ਨਾ ਪੱਖੀ ਪ੍ਰਭਾਵਾਂ ਬਾਰੇ ਥੋੜ੍ਹੇ ਚਿੰਤਤ ਨੇ, ਪਰ ਇਹ ਤਾਂ ਬਿਲਕੁਲ ਹਕੀਕਤ ਹੈ ਕਿ ਹੋਏ ਨੇ ਵਿਗਿਆਨ ਦੇ ਸੁਪਨੇ ਸਾਕਾਰ। ਮੈਨੂੰ ਵਿਸ਼ਵਾਸ ਵੀ ਹੈ ਤੇ ਵਿਗਿਆਨ ਵਿੱਚ ਮੇਰਾ ਯਕੀਨ ਵੀ ਹੈ ਕਿ ਅਰੁਣ ਤੇ ਸੁਖਪਾਲ ਆਪਣੇ ਇਸ ਯਤਨ ਵਿੱਚ ਪੂਰੀ ਤਰ੍ਹਾਂ ਸਫਲ ਹੋਣਗੇ। ਥੈਂਕ ਯੂ ਪਾਪਾ। ਪਤਾ ਹੈ, ਇਹ ਵਿਸ਼ਵਾਸ ਤੇਰੇ ਉੱਪਰ, ਅਰੁਣ ਉੱਪਰ
ਤੇ ਅੱਜ ਦੀ ਪੀੜ੍ਹੀ ਉੱਪਰ ਕਿਉਂ ਹੈ? ਕਿਉਂ ਪਾਪਾ? क्योंकि रिश्ते में तो हम तुम्हारे बाप लगते हैं। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 40ਵੀਂ ਕੜੀ। ਨੋਟ ਕਰੋ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, ਖੇਤੀ ਵਿੱਚ AI ਦੀ ਭੂਮਿਕਾ ਕੀ ਹੈ? ਸਵਾਲ ਨੰਬਰ 2, ਭਾਰਤ ਸਰਕਾਰ ਨੇ AI ਵਾਸਤੇ ਕਿਹੜੇ 5 ਖੇਤਰ ਚੁਣੇ ਨੇ? ਸਵਾਲ ਇੱਕ ਵਾਰੀ ਫਿਰ ਨੋਟ ਕਰ ਲਓ। ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਸੁਨੀਲ ਜੋਸ਼ੀ, ਵਿਕਾਸ ਨੇਬ, ਹਰੀਸ਼ ਡੋਗਰਾ ਤੇ ਪੂਨਮ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।